सब तो पहला तो जी सारिਆਂ ਨੂੰ सत श्री अकाल। स्वागत है जी ਤੁਹਾਡਾ ਸਾਡੇ ਚੈਨਲ ਦੇ ਉੱਤੇ। ਆਪਾਂ ਪੰਜਾਬ ਜੀਕੇ ਦੇ 6 ਲੈਕਚਰ ਪੜ੍ਹ ਚੁੱਕੇ ਹਾਂ ਤੇ ਅੱਜ ਆਪਣਾ 7ਵਾਂ ਲੈਕਚਰ ਹੈ ਜੀ। ਜੋ ਲਾਸਟ ਲੈਕਚਰ ਮੈਂ ਤੁਹਾਨੂੰ ਪੜ੍ਹਾਇਆ ਸੀਗਾ ਜੀ, ਉਸ ਵਿੱਚ ਆਪਾਂ ਜੀ ਦਲ ਖਾਲਸਾ ਬਾਰੇ ਪੜ੍ਹਿਆ ਸੀਗਾ ਜੀ। ਦਲ ਖਾਲਸਾ ਦਾ ਅੰਤ ਹੋ ਗਿਆ ਸੀਗਾ ਜੀ ਜਿੱਦਾਂ ਹੀ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਡੈਥ ਹੋ ਗਈ ਸੀਗੀ। ਤਾਂ ਮੈਂ ਤੁਹਾਨੂੰ ਇੱਕ ਕੱਲ ਨੂੰ ਗੱਲ ਦੱਸੀ ਸੀਗੀ ਕਿ ਜੱਸਾ ਸਿੰਘ ਆਹਲੂਵਾਲੀਆ ਨੇ ਜੀ ਜੋ ਦਲ ਖਾਲਸਾ ਸੀਗਾ ਜੀ ਉਹਨੂੰ 11 ਮਿਸਲਾਂ ਦੇ ਵਿੱਚ ਵੰਡਿਆ ਸੀਗਾ ਜੀ। ਠੀਕ ਹੈ, ਵੈਸੇ ਆਪਾਂ ਅੱਜ ਜੀ 12 ਮਿਸਲਾਂ ਬਾਰੇ ਪੜਾਂਗੇ ਜੋ ਕਿ 12 ਮਿਸਲ ਸੀਗੀ ਜੀ ਫੁਲਕੀਆਂ ਮਿਸਲ, ਉਹ ਦਲ ਖਾਲਸਾ ਦਾ ਭਾਗ ਨਹੀਂ ਸੀਗੀ ਜੀ। ਠੀਕ ਹੈ, ਤਾਂ ਉਹਨਾਂ ਨੇ 11 ਮਿਸਲਾਂ ਹੀ ਸੀਗੀਆਂ ਜੀ ਉਹਦੇ ਅੰਡਰ ਜੋ ਦਲ ਖਾਲਸਾ ਸੀਗੇ। ਤਾਂ ਅੱਜ ਆਪਾਂ ਜੀ ਜਿੰਨੀਆਂ ਵੀ ਆਪਣੀਆਂ ਮਿਸਲਾਂ ਸੀਗੀਆਂ ਜੀ 12 ਜੀ, ਤੇ ਉਹਨਾਂ ਦੇ ਜੀ ਫਾਊਂਡਰ ਯਾਨੀ ਕਿ ਸੰਸਥਾਪਕ ਕੌਣ ਕੌਣ ਸੀਗੇ ਜੀ, ਮੈਂ ਤੁਹਾਨੂੰ ਉਹਨਾਂ ਬਾਰੇ ਦੱਸੂਗਾ ਜੀ ਕਿਉਂਕਿ ਉਹਨਾਂ ਦੇ ਸੰਸਥਾਪਕਾਂ ਦੇ ਨਾਮ ਪੁੱਛੇ ਜਾਂਦੇ ਆਪਾਂ ਨੂੰ। ਠੀਕ ਹੈ, ਤੇ ਆਪਾਂ ਜੀ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲੀ ਮਿਸਲ ਤੋਂ ਜੀ। ਸਿੰਘਪੁਰੀਆ ਮਿਸਲ। ਇਸ ਨੂੰ ਫੈਜ਼ਲਪੁਰੀਆ ਮਿਸਲ ਦੇ ਨਾਮ ਨਾਲ ਵੀ ਜਾਣਦੇ। ਇਹਦੇ ਜਿਹੜੇ ਸੰਸਥਾਪਕ ਸੀਗੇ ਜੀ ਫਾਊਂਡਰ ਕਹਿ ਸਕਦੇ, ਉਹ ਕੌਣ ਸੀ? ਇੱਕ ਤੁਹਾਨੂੰ ਕੱਲ ਨੂੰ ਨਾਮ ਪੜ੍ਹਾਇਆ ਸੀਗਾ ਜੀ ਮੈਂ ਕਪੂਰ ਸਿੰਘ ਦਾ, ਜਿਨ੍ਹਾਂ ਨੂੰ ਕਿ ਜੀ ਜ਼ਕਰੀਆ ਖਾਨ ਨੇ ਨਵਾਬ ਦੀ ਉਪਾਧੀ ਦਿੱਤੀ ਸੀ ਜੀ। ਤਾਂ ਇਹਦੇ ਸੰਸਥਾਪਕ ਸੀਗੇ ਜੀ ਨਵਾਬ ਕਪੂਰ ਸਿੰਘ। ਤੇ ਸਭ ਤੋਂ ਪਹਿਲੀ ਮਿਸਲ ਸੀਗੀ ਜੀ ਸਿੰਘਪੁਰੀਆ ਮਿਸਲ ਜੀ। ਦੂਸਰੀ ਮਿਸਲ ਕਿਹੜੀ ਸੀਗੀ? ਆਹਲੂਵਾਲੀਆ। ਮਿਸਲ ਇਹਦੇ ਫਾਊਂਡਰ ਕੌਣ ਸੀ ਜੀ? ਤਾਂ ਇਹਦੇ ਸੀਗੇ ਜੀ ਜੱਸਾ ਸਿੰਘ ਆਹਲੂਵਾਲੀਆ ਜੀ। ਠੀਕ ਹੈ, ਤੀਸਰੇ ਨੰਬਰ ਉੱਤੇ ਮਿਸਲ ਹੁੰਦੀ ਹੈ ਜੋ ਆਪਾਂ ਪੜ੍ਹਦੇ ਹਾਂ ਜੀ ਰਾਮਗੜੀਆ। ਇਹਦੇ ਫਾਊਂਡਰ ਸੀਗੇ ਜੱਸਾ ਸਿੰਘ ਰਾਮਗੜੀਆ ਜੀ। ਠੀਕ ਹੈ, ਜੋ 4 ਨੰਬਰ ਦੇ ਉੱਤੇ ਮਿਸਲ ਹੈ ਜੀ ਉਹਦਾ ਨਾਮ ਹੈ ਜੀ ਸ਼ੁਕਰ ਚੱਕੀਆ। ਇਹਨਾਂ ਦੇ ਫਾਊਂਡਰ ਸੀਗੇ ਜੀ ਬੁੱਧ ਸਿੰਘ। ਜੋ ਮਹਾਰਾਜਾ ਰਣਜੀਤ ਸਿੰਘ ਸੀ ਜੀ ਉਹ ਸ਼ੁਕਰ ਚੱਕੀਆ ਮਿਸਲ ਨੂੰ ਹੀ ਬਿਲੋਂਗ ਕਰਦੀ ਸੀ ਜੀ। ਪੰਜਵੀਂ ਆਜੂ ਜੀ ਕਨ੍ਹਈਆ ਮਿਸਲ। ਇਹਦੇ ਫਾਊਂਡਰ ਸੀਗੇ ਜੀ ਜੈ ਸਿੰਘ। ਠੀਕ ਹੈ, 6ਵੇਂ ਨੰਬਰ ਉੱਤੇ ਮਿਸਲ ਸੀਗੀ ਜੀ ਉਹਦਾ ਨਾਮ ਸੀਗਾ ਸ਼ਹੀਦਾਂ ਮਿਸਲ ਤੇ ਇਹਨਾਂ ਦੇ ਫਾਊਂਡਰ ਸੀਗੇ ਜੀ ਬਾਬਾ ਦੀਪ ਸਿੰਘ। 7ਵੇਂ ਨੰਬਰ ਉੱਤੇ ਜੋ ਸੀਗੇ ਜੀ ਉਹਨਾਂ ਸੀਗਾ ਜੀ ਡੱਲੇਵਾਲੀਆ। ਇਹਨਾਂ ਸੀਗੇ ਜੀ ਗੁਲਾਬ ਸਿੰਘ ਡੱਲੇਵਾਲੀਆ ਜੀ। ਠੀਕ ਹੈ, ਉਹ ਤਾਂ ਆਪਣੀ 8ਵੀਂ ਸੀਗੀ ਜੀ ਉਹਦਾ ਨਾਮ ਸੀਗਾ ਜੀ ਕਰੋੜ ਸਿੰਘੀਆ
ਮਿਸਲ। ਇਹਨਾਂ ਦੇ ਫਾਊਂਡਰ ਸੀਗੇ ਜੀ ਕਰੋੜ ਸਿੰਘ। ਨੌਵੀਂ ਮਿਸਲ ਹੈਗੀ ਆਪਣੀ ਜੀ ਨਿਸ਼ਾਨ ਵਾਲੀਆ ਮਿਸਲ ਜੀ। ਇਹਦੇ ਫਾਊਂਡਰ ਸੀਗੇ ਜੀ ਦਸੌਂਧਾ ਸਿੰਘ। 10ਵੇਂ ਨੰਬਰ ਤੇ ਆ ਗਈ ਜੀ ਆਪਣੀ ਭੰਗੀ। ਮਿਸਲ ਜੀ। ਇਹਨਾਂ ਦੇ ਫਾਊਂਡਰ ਸੀਗੇ ਜੀ ਹਰੀ ਸਿੰਘ ਢਿੱਲੋਂ। 11ਵੇਂ ਨੰਬਰ ਤੇ ਹੈਗੀ ਜੀ ਨਕਈ ਮਿਸਲ। ਇਹਨਾਂ ਦੇ ਸੀਗੇ ਜੀ ਹੀਰਾ ਸਿੰਘ ਨਕਈ। ਤੇ ਜੋ ਲਾਸਟ ਸੀਗੀ ਜੀ ਫੁਲਕੀਆਂ ਮਿਸਲ। ਇਹਦਾ ਸੀਗਾ ਜੀ ਚੌਧਰੀ ਫੂਲ। ਤਾਂ ਇਹ 12 ਮਿਸਲਾਂ ਨੇ ਜੀ ਜਿਨ੍ਹਾਂ ਦੇ ਕਿ ਤੁਸੀਂ ਫਾਊਂਡਰਾਂ ਦੇ ਨਾਮ ਵੀ ਯਾਦ ਰੱਖਣੇ, ਕਿਉਂਕਿ ਐਗਜ਼ਾਮੀਨਰ ਜੀ ਇਹਦੇ ਵਿੱਚੋਂ ਕੁਐਸਚਨ ਪੁੱਟ ਕਰਦਾ ਜੀ ਕਿ ਸਿੰਗਾਪੁਰੀ ਮਿਸਲ ਦਾ ਜੋ ਫਾਊਂਡਰ ਕੌਣ ਹੈ ਜੀ, ਠੀਕ ਹੈ ਜੀ। ਸ਼ਹੀਦਾਂ ਮਿਸਲ ਦਾ ਫਾਊਂਡਰ ਕੌਣ ਹੈ ਜੀ, ਜਾਂ ਸ਼ੁਕਰ ਚੱਕੀਆ ਦਾ। ਸ਼ੁਕਰ ਚੱਕੀਆ ਤਾਂ ਇੰਪੋਰਟੈਂਟ ਹੈਗੀ। ਸ਼ੁਕਰ ਚੱਕੀਆ ਜੀ ਇੱਕ ਸਿੰਗਾਪੁਰੀ ਆ ਤੇ ਇੱਕ ਆਲੂ ਵਾਲੀ, ਠੀਕ ਹੈ। ਇਹਦਾ 3 ਮੋਸਟਲੀ ਇਹਨਾਂ ਤਾਂ ਯਾਦ ਹੀ ਤੁਸੀਂ ਰੱਖਣੇ, ਠੀਕ ਹੈ। ਇੱਕ ਬਾਬਾ ਦੀਪ ਸਿੰਘ ਜੀ ਵਾਲੀ ਜੀ ਸ਼ਹੀਦਾਂ ਮਿਸਲ ਜੀ, ਭੰਗੀ ਮਿਸਲ ਜੀ, ਠੀਕ ਹੈ। ਇਹ ਤਾਂ ਬਹੁਤ ਖਤਰਨਾਕ ਸੀਗੀ ਜੀ ਭੰਗੀ ਮਿਸਲ ਸੀਗੀ ਜੀ ਉਹ, ਠੀਕ ਹੈ, ਤਾਕਤਵਰ ਸੀਗੀ ਇਹ। ਤਾਂ ਫਿਲਹਾਲ ਆਪਾਂ ਇੰਨਾ ਲਿਖਦੇ ਹਾਂ। ਉਸ ਤੋਂ ਬਾਅਦ ਆਪਾਂ ਅੱਗੇ ਸ਼ੁਰੂ ਕਰਾਂਗੇ ਜੀ ਸ਼ੁਕਰ ਚੱਕੀਆ ਮਿਸਲ ਦੇ ਆਪਣੇ ਜੋ ਅੱਗੇ ਮਹਾਰਾਜਾ ਰਣਜੀਤ ਸਿੰਘ ਹੋਏ ਜੀ, ਉਹਨਾਂ ਬਾਰੇ ਆਪਾਂ ਪੜਾਂਗੇ। ਤੁਸੀਂ ਇਹਨੂੰ ਲਿਖੋ ਜੀ। ਜੋ ਵੀ ਆਪਣੇ ਮਿਸਲਾਂ ਸੀਗੀਆਂ ਜੀ ਆਪਾਂ ਲਿਖ ਚੁੱਕੇ ਹਾਂ ਜੀ ਉਹਨਾਂ ਬਾਰੇ। ਹੁਣ ਆਪਾਂ ਅੱਗੇ ਸ਼ੁਰੂ ਕਰਦੇ ਹਾਂ ਜੀ। ਮਹਾਰਾਜਾ ਰਣਜੀਤ ਸਿੰਘ ਬਾਰੇ, ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਜਨਮ, ਇਹਨਾਂ ਦਾ ਜਨਮ ਹੋਇਆ ਜੀ 1780 ਦੇ ਵਿੱਚ ਗੁਜਰਾਂਵਾਲਾ, ਜੋ ਕਿ ਅੱਜ ਦੇ ਟਾਈਮ ਵਿੱਚ ਹੀ ਪਾਕਿਸਤਾਨ ਦੇ ਵਿੱਚ ਹੈ, ਠੀਕ ਹੈ। ਉਸ ਤੋਂ ਬਾਅਦ ਜੀ ਇਹਨਾਂ ਦੇ ਪਿਤਾ ਦਾ ਨਾਮ ਮਹਾ ਸਿੰਘ। ਇਹਨਾਂ ਦੀ ਮਾਤਾ ਦਾ ਨਾਮ ਜੀ ਰਾਜਕੌਰ। ਉਸ ਤੋਂ ਬਾਅਦ ਇਹਨਾਂ ਨੂੰ ਜੀ ਸ਼ੇਰੇ ਪੰਜਾਬ ਕਿਹਾ ਜਾਂਦਾ ਜੀ, ਤੇ ਇੱਕ ਨੈਪੋਲੀਅਨ ਆਫ ਪੰਜਾਬ ਵੀ ਕਿਹਾ ਜਾਂਦਾ ਜੀ। ਤੇ ਕਿਹਨਾਂ ਦੇ ਬਚਪਨ ਦਾ ਨਾਮ ਯਾਦ ਰੱਖਣਾ ਤੁਸੀਂ, ਬੁੱਧ ਸਿੰਘ ਸੀਗਾ ਜੀ। ਤੇ ਇੱਕ ਇਹਨਾਂ ਬਾਰੇ ਗੱਲ ਯਾਦ ਰੱਖਣੀ ਹੈ ਜੀ ਕਿ ਇਹ ਸ਼ੁਕਰ ਚੱਕੀਆ
ਮਿਸਲ ਨਾਲ ਸੰਬੰਧਿਤ ਸੀ। ਇੰਨੀ ਗੱਲ ਨੂੰ ਲਿਖੋ ਪਹਿਲਾਂ। ਆਪਾਂ ਜੀ ਹੁਣੇ ਪੜ੍ਹ ਕੇ ਹਟੇ ਜੀ ਪਿਛਲੇ ਸਲਾਈਡ ਦੇ ਵਿੱਚ ਕਿ ਜੋ ਸ਼ੁਕਰ ਚੱਕੀਆ ਮਿਸਲ ਸੀਗੀ ਜੀ ਉਹਦੇ ਸੰਸਥਾਪਕ ਸੀਗੇ ਜੀ ਬੁੱਧ ਸਿੰਘ। ਠੀਕ ਹੈ ਜੀ, ਸਭ ਤੋਂ ਜੋ ਪਹਿਲੇ ਸੰਸਥਾਪਕ ਆਏ ਨੇ ਉਹ ਹੈਗੇ ਨੇ ਜੀ ਬੁੱਧ ਸਿੰਘ। ਬੁੱਧ ਸਿੰਘ ਬਾਰੇ ਇੱਕ ਤੱਥ ਕਹਿੰਦੇ ਵੀ ਜੋ ਬੁੱਧ ਸਿੰਘ ਸੀਗਾ ਜੀ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਸੀਗਾ। ਠੀਕ ਹੈ, ਇਹ ਫੇਰ ਹੀ ਸਿੱਖੀ ਧਰਮ ਦੇ ਵਿੱਚ ਆਏ ਸੀਗੇ ਜੀ। ਠੀਕ ਹੈ, ਇੱਕ ਇਹਨਾਂ ਦਾ ਗੋਤ ਸੀਗਾ ਜੀ ਸੰਧਾਵਾਲੀਆ, ਗੋਤਰ ਨਾਲ ਸੰਬੰਧਿਤ ਹੈਗੇ ਨੇ ਜੀ। ਆਹ ਵੀ ਲਿਖ ਦਿਓ ਜੀ, ਇਹ ਸੰਧਾਵਾਲੀਆ ਗੋਤਰ ਦੇ ਸਨ। ਠੀਕ ਹੈ, ਇਹ ਸੰਧਾਵਾਲੇ ਗੋਤਰ ਦੇ ਸੀਗੇ। ਬੁੱਧ ਸਿੰਘ ਤੋਂ ਬਾਅਦ ਜੀ ਜੋ ਅੱਗੇ ਸ਼ੁਕਰ ਚੱਕੀਆ ਮਿਸਲ ਦਾ ਜੀ ਨੇਤਾ ਬਣਿਆ ਉਹ ਬਣਿਆ ਸੀਗਾ ਜੀ ਬੁੱਧ ਸਿੰਘ ਦਾ ਪੁੱਤਰ ਨੌਦ ਸਿੰਘ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੀ ਪੜਦਾਦਾ ਜੀ ਸੀ। ਠੀਕ ਹੈ, ਨੌਦ ਸਿੰਘ ਤੋਂ ਬਾਅਦ ਜੋ ਗੱਦੀ ਸੰਭਾਲੀ ਸ਼ੁਕਰ ਚੱਕੀਆ ਮਿਸਲ ਦੀ ਜੀ ਉਹ ਸੰਭਾਲੀ ਸੀਗੀ ਇਹਨਾਂ ਦੇ ਦਾਦੇ ਨੇ ਜੀ, ਜਿਨ੍ਹਾਂ ਦਾ ਨਾਮ ਕਿ ਚੜਤ ਸਿੰਘ ਹੈ ਜੀ। ਚੜਤ ਸਿੰਘ ਨੇ ਵੀ ਲੜਾਈਆਂ ਬਹੁਤ ਲੜੀਆਂ ਸੀਗੀਆਂ, ਲਾਹੌਰ ਦੇ ਖਿਲਾਫ ਲੜੀਆਂ ਜੀ। ਠੀਕ ਹੈ, ਚੜਤ ਸਿੰਘ ਦੀ ਜਦੋਂ ਮ੍ਰਿਤੂ ਹੋ ਗਈ ਜੀ ਤਾਂ ਮ੍ਰਿਤੂ ਤੋਂ ਬਾਅਦ ਜੀ ਇਹਨਾਂ ਦਾ ਜੋ ਪੁੱਤਰ ਸੀਗਾ ਮਹਾ ਸਿੰਘ ਜੀ ਇਸ ਨੂੰ ਗੱਦੀ ਦੇ ਦਿੱਤੀ ਗਈ ਸੀਗੀ। ਚੌਥੇ ਆਏ ਜੀ ਮਹਾ ਸਿੰਘ। ਜੋ ਮਹਾ ਸਿੰਘ ਸੀਗੇ ਜੀ ਇਹਨਾਂ ਦੀ ਘਨੱਈਆ ਮਿਸਲ ਦੇ ਜੋ ਫਾਊਂਡਰ ਸੀਗੇ ਜੀ। ਠੀਕ ਹੈ, ਜੈ ਸਿੰਘ ਨਾਲ ਕਹਿੰਦੇ ਝੜਪ ਹੋ ਗਈ ਸੀਗੀ। ਝੜਪ ਦੇ ਵਿੱਚ ਕੀ ਸੀਗਾ ਕਿ ਇਹਨਾਂ ਨੇ ਜੀ ਇਹਨਾਂ ਦੇ ਜੋ ਪੁੱਤਰ ਸੀਗੇ ਗੁਰਬਖਸ਼ ਸਿੰਘ ਜੀ ਉਹਨਾਂ ਨੂੰ ਮਾਰ ਦਿੱਤਾ ਸੀਗਾ ਜੀ, ਤੇ ਉਸ ਤੋਂ ਬਾਅਦ ਇਹਨਾਂ ਦੀ ਵੀ ਡੈਥ ਹੋ ਗਈ ਜੀ ਥੋੜੇ ਜਿਹੇ ਟਾਈਮ ਬਾਅਦ ਹੀ। ਮਹਾ ਸਿੰਘ ਦੀ ਜੋ ਡੈਥ ਹੋਈ ਸੀਗੀ ਜੀ ਉਹ ਹੋਈ ਸੀਗੀ ਜੀ 1792 ਦੇ ਵਿੱਚ। ਜਦੋਂ ਮਹਾ ਸਿੰਘ ਜੀ ਦੀ ਡੈਥ ਹੋ ਗਈ ਤਾਂ ਗੱਲ ਲਾਜ਼ਮੀ ਹੈ ਕਿ ਇਹਨਾਂ ਤੋਂ ਬਾਅਦ ਇਹਨਾਂ ਦਾ ਬੇਟਾ ਗੱਦੀ ਉੱਤੇ ਬੈਠੇਗਾ। 1780 ਵਿੱਚ ਤਾਂ ਇਹਨਾਂ ਦਾ ਜਨਮ ਹੋਇਆ ਜੀ, 1792 ਵਿੱਚ ਉਹਨਾਂ ਦੀ ਹੋ ਗਈ ਡੈਥ। ਤਾਂ ਜਾਣੀ ਕਿ ਜੋ ਮਹਾਰਾਜਾ ਰਣਜੀਤ ਸਿੰਘ ਸੀ ਬਹੁਤ ਹੀ ਛੋਟੀ ਉਮਰ ਦੇ ਵਿੱਚ, ਯਾਨੀ ਕਿ 12 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਗੱਦੀ ਸੰਭਾਲਣੀ ਪਈ ਜੀ। ਠੀਕ ਹੈ, ਤਾਂ ਆਪਾਂ ਲਿਖਾਂਗੇ ਜੀ 12 ਸਾਲਾਂ ਦੀ ਉਮਰ ਵਿੱਚ ਗੱਦੀ ਤੇ ਬੈਠੇ। ਕਦੋਂ ਬੈਠੇ ਸੀਗੇ? 1792 ਨੂੰ ਜੀ। ਠੀਕ ਹੈ, ਉਹ ਤਾਂ ਰਣਜੀਤ ਸਿੰਘ ਜੀ ਨੂੰ ਜੀ ਬਚਪਨ ਦੇ ਵਿੱਚ ਚੇਚਕ ਹੋ ਗਿਆ ਸੀਗਾ ਜੀ, ਜਿਹਦੇ ਨਾਲ ਕਿ ਇਹਨਾਂ ਦੇ ਇੱਕ ਅੱਖ ਦੀ ਨਿਗਾਹ ਜੀ ਚਲੀ ਗਈ ਸੀਗੀ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣਾ ਜੀ। ਆਪਾਂ ਲਿਖ ਦਿੰਦੇ ਜੀ ਅਭੀ ਕਿ ਬਚਪਨ ਵਿੱਚ ਚੇਚਕ ਹੋਣ ਕਾਰਨ ਇਹਨਾਂ ਦੀ ਇੱਕ ਅੱਖ ਦੀ ਨਿਗਾਹ ਚਲੀ ਗਈ ਸੀ। ਠੀਕ, 1796 ਦੇ ਵਿੱਚ ਜੀ ਕੀ ਹੋਇਆ ਕਿ ਇਹਨਾਂ ਦੀ ਮੈਰਿਜ ਕਰ ਦਿੱਤੀ ਗਈ। ਇਹਨਾਂ ਦੀ ਮੈਰਿਜ ਕਿਹਦੇ ਨਾਲ ਕੀਤੀ ਜੀ? ਗੁਰਬਖਸ਼ ਸਿੰਘ ਜੋ ਕਿ ਘਨੱਈਆ ਮਿਸਲ ਦਾ ਸੀ ਜੀ, ਤੇ ਉਹਨਾਂ ਦੀ ਪਤਨੀ ਜੀ ਸਦਾ ਕੌਰ ਦੀ ਪੁੱਤਰੀ ਸੀਗੀ ਜਿਹਦਾ ਨਾਮ ਸੀਗਾ ਮਹਿਤਾਬ ਕੌਰ। ਉਹਨਾਂ ਨਾਲ ਜੀ ਇਹਨਾਂ ਦਾ 1796 ਦੇ ਵਿੱਚ ਜੀ ਜਾਣੀ ਕਿ 16 ਸਾਲ ਦੀ ਉਮਰ ਦੇ ਵਿੱਚ ਜੀ ਵਿਆਹ ਕਰ ਦਿੱਤਾ ਗਿਆ ਜੀ। ਠੀਕ ਹੈ, ਤਾਂ ਇਹਨਾਂ ਦੀ ਜੀ ਜੇ ਆਖਾਂ ਜੀ ਤਾਂ 1796 ਈਸਵੀ ਵਿੱਚ ਵਿਆਹ ਕਰ ਦਿੱਤਾ ਗਿਆ। ਵਿਆਹ ਕੀਤਾ ਸੀਗਾ ਜੀ। ਇਹਨਾਂ ਦੀ ਵਾਈਫ ਦਾ ਨਾਮ ਕੀ ਸੀਗਾ ਜੀ? ਮਹਿਤਾਬ
कौर। ते एक इन्हां दी जी तुसीं सੱਸ ਦਾ नाम भी याद रखना जी, क्योंकि इन्हां दी सੱਸ ਦਾ जी बहुत बड़ा रोल है जी। सੱਸ ਦਾ नाम की सीगा? राणी सदा कौर। ठीक है, राणी सदा कौर का नाम क्यों लिखाया जी? जो राणी सदा कौर सी जी, इन्हां नूं पता सीगा कि इन्हां दी उम्र बहुत छोटी है, तो एडा वड्डा राजपाट ही किवें सामभणगे। तो राणी सदा कौर ने जी इन्हां नूं प्रेरित किया। ठीक है जी, जो भी लड़ाइयां लड़ियां जी उस टाइम दे विच इन्हां ने, तो इन्हां नूं जी जो राह पाया सीगा, जो सदा कौर जी ने पाया जी, इन्हां दी बहुत ही सहायता की जी, जिहदे कारण कि जी महाराजा रणजीत सिंह तो जी ये पूरे पंजाब का महाराजा बन गया सी। 1798 ਦੇ ਵਿੱਚ जी लड़ाइयां शुरू हो गई जी। ठीक है, जिन्हां विच कि राणी सदा कौर इन्हां दे हमेशा नाल रही है जी। ते की होया जी 1798 तो बाद 98 ਦੇ ਵਿੱਚ 1798 ਦੇ ਵਿੱਚ जी इन्हां ने जो भी मिसलां सीगियां जी, जां तां उन्हां नूं दबाउणियां शुरू करतियां जी। ठीक है जी, जां उन्हां नूं आपदे कब्जे विच लैण लग गए जी, जां फिर की करदे सीगे जी उन्हां नाल रिश्ता बना लैंदे सीगे जी। ठीक है जी, रिश्ता बना लैंदे सीगे तां ओह भी उन्हां दे ਉਹ ਵੀ यानी कि इन्हां दे अंडर आ जांदा सीगा जी। तां इदां करके जी ਜਦੋਂ पता लग्या कि रणजीत सिंह है जी, रणजीत सिंह है जी ਉਹ बहुत ही जल्दी ग्रो करी ਜਾਂਦਾ जी, ਤਾਂ ਉਹਦੇ ਤੋਂ ਹੀ ਕੁਝ ਤਾਂ ਮਿਸਲਾਂ ਡਰਨ ਲੱਗ ਗਈਆਂ ਸੀਗੀਆਂ ਜੀ। ਠੀਕ ਹੈ, ਤੇ ਕੁਝ ਨੇ ਉਹਨਾਂ ਨਾਲ ਰਿਸ਼ਤੇਦਾਰੀ ਬਣਾ ਲਈ ਸੀਗੀ ਜੀ। ਠੀਕ ਹੈ, ਤੇ ਇਹਨਾਂ ਦੇ ਵਿੱਚ ਜੋ ਭੰਗੀ ਮਿਸਲ ਸੀ ਜੀ, ਠੀਕ ਹੈ ਜੀ, ਤੁਹਾਨੂੰ ਦੱਸ ਭੰਗੀ ਮਿਸਲ ਖਤਰਨਾਕ ਸੀਗੀ ਜੀ। 1798 ਦੇ ਵਿੱਚ ਉਹ ਲਾਹੌਰ ਤੋਂ ਸੀਗੀ ਭੰਗੀ ਮਿਸਲ। 1798 ਦੇ ਵਿੱਚ ਜੀ ਇਹਨਾਂ ਨੇ 1799 ਦੇ ਵਿੱਚ ਜੀ ਇਹਨਾਂ ਨੇ ਲਾਹੌਰ ਦੇ ਵਿੱਚ ਉਹਨਾਂ ਨੂੰ ਹਰਾਇਆ, ਤੇ ਜਿਹਦੇ ਤੋਂ ਬਾਅਦ ਕਿ 1799 ਵਿੱਚ ਜੀ ਲਾਹੌਰ ਨੂੰ ਇਹਨਾਂ ਨੇ ਰਾਜਧਾਨੀ ਬਣਾ ਲਈ ਸੀ। ਹੌਲੀ ਹੌਲੀ ਜੀ ਇਹ ਏਰੀਏ ਨੂੰ ਕਵਰ ਕਰਦੇ ਗਏ ਜੀ, ਤੇ ਇਹਨਾਂ ਨੇ ਕੀ ਕੀਤਾ ਜੀ 1801 ਦੇ ਵਿੱਚ ਜੀ ਖੁਦ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕਰਤਾ ਸੀ। ਇਹਨਾਂ ਨੇ ਜੋ ਵੀ ਜੀ ਲੜਾਈਆਂ ਵਗੈਰਾ ਹੁੰਦੀਆਂ ਜੀ ਇਹ ਜਿੱਤ ਜਾਂਦੇ। ਠੀਕ ਹੈ, ਤਾਂ 1801 ਦੇ ਵਿੱਚ ਆ ਕੇ ਇਹਨਾਂ ਨੇ ਜੀ ਖੁਦ ਨੂੰ ਕਹਿਤਾ ਵੀ ਕਹਿੰਦਾ ਮੈਂ ਪੰਜਾਬ ਦਾ ਮਹਾਰਾਜਾ ਹੈਗਾ ਜੀ। ਠੀਕ ਹੈ, ਉਸ ਤੋਂ ਬਾਅਦ ਜੀ ਇੱਕ 1809 ਤੱਕ ਜੀ ਲੜਾਈਆਂ ਹੁੰਦੀਆਂ ਗਈਆਂ। 1809 ਦੇ ਵਿੱਚ ਜੀ ਅੰਮ੍ਰਿਤਸਰ ਦੀ ਸੰਧੀ ਹੋਈ ਹੈ ਜੀ। ਜਿਹਨੂੰ ਆਪਾਂ ਜੀ ਟ੍ਰੀਟੀ ਆਫ ਫਰੈਂਡਸ਼ਿਪ ਕਹਿੰਦੇ ਹਾਂ। ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ 1800 ਦੇ ਕਰੀਬ ਜੀ ਅੰਗਰੇਜ਼ ਭਾਰਤ ਉੱਤੇ ਹਾਵੀ ਹੋਣ ਲੱਗ ਗਏ ਸੀਗੇ ਜੀ। ਉਹ ਭਾਰਤ ਦੇ ਹਰ ਇੱਕ ਏਰੀਏ ਨੂੰ ਜਿੱਤਣ ਲੱਗ ਗਏ ਸੀਗੇ ਜੀ। ਠੀਕ ਹੈ, ਤਾਂ ਉਹਨਾਂ ਨੇ ਜਦੋਂ ਪੰਜਾਬ ਕਨੀ ਨਿਗਾਹ ਮਾਰੀ ਹੈ ਜੀ ਤਾਂ ਉਹਨਾਂ ਨੇ ਦੇਖਿਆ ਕਿ ਉਰੇ ਮਹਾਰਾਜਾ ਰਣਜੀਤ ਸਿੰਘ ਬੈਠਾ ਹੈਗਾ, ਤੇ ਇਹਨਾਂ ਨੇ ਮਹਾਰਾਜਾ ਰਣਜੀਤ ਬਾਰੇ ਸੁਣਿਆ ਸੀਗਾ ਕਿ ਬਹੁਤ ਹੀ ਖਤਰਨਾਕ ਰਾਜਾ ਹੈਗਾ ਜੀ, ਇਹਦੇ ਨਾਲ ਪੰਗਾ ਨਾਲ ਤੁਹਾਨੂੰ ਵੀ ਚੱਕ ਚੁੱਕਾ ਹੈ। ਠੀਕ ਹੈ, ਕਿਉਂਕਿ ਜਿੰਨੀਆਂ ਵੀ ਇਹਦੀਆਂ ਲੜਾਈਆਂ ਬਾਰੇ ਸੁਣਿਆ ਤੇ ਇਹਨਾਂ ਨੇ ਦੇਖਿਆ ਕਿ ਜੀ 12 ਸਾਲ ਦੀ ਉਮਰ ਦੇ ਵਿੱਚ ਤਾਂ ਗੱਦੀ ਉੱਤੇ ਬੈਠ ਗਈ ਸੀਗੀ, ਤੇ 1996 ਤੋਂ ਬਾਅਦ ਜੀ ਵਿਆਹ ਹੋਣ ਤੋਂ ਬਾਅਦ ਇਹਨਾਂ ਦੀ ਲੜਾਈ ਚੱਲਦੀ ਆ ਰਹੀ ਹੈਗੀ, ਤੇ ਇਹਨਾਂ ਨੇ ਬਹੁਤ ਹੀ ਜ਼ਿਆਦਾ ਆਪਦਾ ਵੱਡਾ ਏਰੀਆ ਕਰ ਰੱਖਿਆ ਸੀਗਾ। ਤਾਂ ਅੰਗਰੇਜ਼ਾਂ ਨੇ ਕੀ ਕੀਤਾ ਜੀ ਇਹਨਾਂ ਕੋਲੇ ਗਏ ਤੇ ਅੰਮ੍ਰਿਤਸਰ ਦੀ ਸੰਧੀ ਕਰ ਲਈ ਜੀ। ਸੰਧੀ ਦੇ ਵਿੱਚ ਕੌਣ ਆਇਆ ਜੀ? ਇਹਦਾ ਨਾਮ ਸੀਗਾ ਜੀ ਚਾਰਲਸ ਮੈਟਕੈਫੇ ਆਇਆ ਸੀਗਾ ਜੀ। ਇਹਨੂੰ ਭੇਜਿਆ ਕਿਹੜੇ ਨੇ ਸੀਗਾ ਜੀ? ਚਾਰਲਸ ਮੈਟਕੈਫੇ ਨੂੰ ਭੇਜਿਆ ਸੀਗਾ ਜੀ ਲॉर्ड ਮਿੰਟੋ ਨੇ ਜੀ। ਲॉर्ड ਮਿੰਟੋ ਨੇ ਜੀ ਚਾਰਲਸ ਮੈਟਕੈਫੇ ਨੂੰ ਭੇਜਤਾ ਅੰਮ੍ਰਿਤਸਰ ਦੇ
ਅੰਮ੍ਰਿਤਸਰ ਦੀ ਸੰਧੀ ਦੇ ਲਈ ਜੀ ਰਣਜੀਤ ਕੋਲੇ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਜੀ ਸੰਧੀ ਸਵੀਕਾਰ ਕਰ ਲਈ ਸੀਗੀ ਜੀ। ਇਸ ਸੰਧੀ ਦੇ ਵਿੱਚ ਕੀ ਕਿਹਾ ਗਿਆ ਕੀ ਕਿਹਾ ਸੀਗਾ ਜੀ ਕਿ ਜੋ ਮਹਾਰਾਜਾ ਰਣਜੀਤ ਸਿੰਘ ਹੈ ਜੀ ਉਹ ਸਤਲੁਜ ਨਦੀ ਦੇ ਪਰਲੇ ਪਾਸੇ ਜਾਣੀ ਕਿ ਜੋ ਆਪਣਾ ਜੀ ਸਤਲੁਜ ਨਦੀ ਦੇ ਅਗਲੇ ਪਾਸੇ ਹਰਿਆਣੇ ਦਾ ਏਰੀਆ ਜੀ ਉਧਰਲੇ ਪਾਸੇ ਕੋਈ ਵੀ ਏਰੀਆ ਨੂੰ ਨਹੀਂ ਲੁੱਟੇਗਾ ਕਿਉਂਕਿ ਉਹ ਸਾਡੇ ਹੱਕ ਦੇ ਵਿੱਚ ਹੁੰਦਾ ਜੀ। ਠੀਕ ਹੈ ਜੀ। ਤਾਂ ਮਹਾਰਾਜਾ ਨਾਲ ਇਹਨਾਂ ਨੇ ਅੰਮ੍ਰਿਤਸਰ ਦੀ ਇਹ ਸੰਧੀ ਕਰ ਲਈ ਜੀ। ਉਸ ਟਾਈਮ ਉੱਤੇ ਜੀ ਇਸੇ ਸੰਧੀ ਦੇ ਲੱਗਦੇ ਜੀ ਬਹੁਤ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਵੀ ਛੱਡਿਆ ਸੀਗਾ ਜੀ ਕਿ ਤੂੰ ਇਹ ਸੰਧੀ ਨਹੀਂ ਕਰਨੀ ਸੀਗੀ ਜੀ। ਠੀਕ ਹੈ। ਪਰ ਇਹਨਾਂ ਨੇ ਜੋ ਇਹਨਾਂ ਦੇ ਆਪਦੇ ਮਨ ਦੀ ਸੀਗੀ ਜੀ ਕਿਸੇ ਨੂੰ ਤਾਂ ਕੀ ਪਤਾ ਸੀਗਾ ਬਟ ਇਹਨਾਂ ਨੇ ਆਖਿਆ ਵੀ ਕੋਈ ਗੱਲ ਨਹੀਂ ਹੈਗੀ ਕੁਝ ਜੋ ਦੱਖਣ ਦੇ ਵਿੱਚ ਤੇ ਪੂਰਬ ਦੇ ਵਿੱਚ ਤਾਂ ਇਹਨਾਂ ਦਾ ਜੀ ਹੁਣ ਹੱਥ ਅੱਗੇ ਜਾ ਨਹੀਂ ਸਕਦਾ ਸੀ 18 ਤੋਂ 9 ਤੋਂ ਬਾਅਦ ਕਿਉਂਕਿ ਇਹਨਾਂ ਨੇ ਅੰਮ੍ਰਿਤਸਰ ਦੀ ਸੰਧੀ ਕਰ ਲਈ ਸੀਗੀ ਜੀ। ਠੀਕ ਹੈ। ਤੇ ਹੁਣ ਇਹ ਸਤਲੁਜ ਦਰਿਆ ਤੋਂ ਇੱਧਰਲੇ ਪਾਸੇ ਜੀ ਕੋਈ ਵੀ ਏਰੀਆ ਨੂੰ ਹਥਿਆ ਨਹੀਂ ਸਕਦੇ ਸੀਗੇ। ਠੀਕ ਹੈ। ਉਸ ਤੋਂ ਬਾਅਦ ਜੀ ਜੋ ਪੱਛਮ ਦੇ ਵਿੱਚ ਜੇ ਆਪਾਂ ਦੇਖੀਏ ਜੀ ਪੱਛਮ ਦੇ ਵਿੱਚ ਜੀ ਕਾਬੁਲ ਸੀਗਾ ਜੀ ਤਾਂ ਉਧਰ ਵੀ ਹਮਲਾ ਨਹੀਂ ਕਰ ਸਕਦੇ ਕਿਉਂਕਿ ਉੱਥੇ ਵੀ ਇਹਨਾਂ ਨੇ ਸੰਧੀ ਕੀਤੀ ਹੋਈ ਸੀਗੀ ਜੀ ਜੋ ਉੱਥੋਂ ਦਾ ਰਾਜਾ ਸੀਗਾ। ਠੀਕ ਹੈ। ਤਾਂ 1809 ਤੋਂ ਬਾਅਦ ਜੀ ਅੰਮ੍ਰਿਤਸਰ ਦੀ ਸੰਧੀ ਹੋਣ ਤੋਂ ਬਾਅਦ ਇਹਨਾਂ ਦੇ ਇੱਕ ਤਰ੍ਹਾਂ ਨਾਲ ਹੱਥ ਬੰਨੇ ਗਏ ਜੀ ਤੇ ਇਹ ਉਸ ਤੋਂ ਬਾਅਦ ਕੋਈ ਵੀ ਇਹਨਾਂ ਨੂੰ ਲੁੱਟ ਨਾ ਸਕੇ ਜੀ। ਠੀਕ ਹੈ। ਅੰਮ੍ਰਿਤਸਰ ਦੀ ਸੰਧੀ ਦੇ ਕਾਰਨ ਹੀ ਜੀ ਲੋਕ ਇਹਨਾਂ ਤੋਂ ਨਿਰਾਸ਼ ਬਹੁਤ ਜ਼ਿਆਦਾ ਹੋ ਗਏ ਸੀਗੇ। ਇਹਨਾਂ ਦਾ ਜੀ ਜੋ ਰਾਜਪਾਟ ਸੀਗਾ ਜੀ ਉਹ 4 ਹਿੱਸਿਆਂ 'ਚ ਵੰਡਿਆ ਹੋਇਆ ਸੀਗਾ ਜੀ। ਉਹ ਸੀਗਾ ਜੀ ਲਾਹੌਰ, ਕਸ਼ਮੀਰ, ਪੇਸ਼ਾਵਰ ਤੇ ਮੁਲਤਾਨ ਜੀ। ਤਾਂ ਇਹ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਕੁਝ। ਉਸ ਤੋਂ ਬਾਅਦ ਕੀ ਗੱਲ ਹੋਈ ਹੈ ਜੀ ਉਹ ਤੁਹਾਨੂੰ ਦੱਸਦੇ ਆ ਜੀ। ਫਿਲਹਾਲ ਤੁਸੀਂ ਇਹਨਾਂ ਲਿਖੋ ਜੀ। ਠੀਕ ਹੈ ਜੀ। ਇਹਨਾਂ ਨੂੰ ਲਿਖੋ ਜੀ। ਆਪਾਂ ਜੀ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਪੜ੍ਹੀ ਜਾਂਦੇ ਸੀਗੇ। ਆਪਾਂ ਕਰ ਲਿਆ ਸੀਗਾ ਕਿ ਉਹਨਾਂ ਨੇ ਜੀ ਪੰਜਾਬ ਨੂੰ 4 ਹਿੱਸਿਆਂ ਵਿੱਚ ਵੰਡ ਦਿੱਤਾ ਸੀਗਾ ਜੀ ਲਾਹੌਰ, ਮੁਲਤਾਨ, ਕਸ਼ਮੀਰ ਤੇ ਪੇਸ਼ਾਵਰ ਦੇ ਵਿੱਚ ਜੀ। ਉਸ ਤੋਂ ਬਾਅਦ ਕੀ ਸੀਗਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਜੋ ਸੀਗੇ ਜੀ ਆਪਣੇ ਇਹ ਜੀ ਸਿੱਖ ਧਰਮ ਦੇ ਸੀਗੇ ਤਾਂ ਇਹਨਾਂ ਨੇ ਜੀ ਦਾਨ ਵੀ ਬਹੁਤ ਦਿੱਤਾ ਜੀ। ਜੋ ਇਹਨਾਂ ਦੀ ਸੱਸ ਸੀਗੀ ਸਦਾ ਕੌਰ ਉਹ ਤੇ ਇੱਕ ਜੀ ਮਹਾਰਾਜਾ ਰਣਜੀਤ ਸਿੰਘ ਜੀ ਇਹਨਾਂ ਦੋਵਾਂ ਨੇ ਜੀ ਜੋ ਹਰਿਮੰਦਰ ਸਾਹਿਬ ਦੇ ਉੱਤੇ ਜੀ ਅੱਜ ਸੋਨੇ ਦੀਆਂ ਪਲੇਟਾਂ ਚੜੀਆਂ ਹੋਈਆਂ ਨੇ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਹੀ ਦੇਣ ਹੈ ਜੀ। ਉੱਥੇ ਦਾਨ ਕੀਤਾ ਸੀਗਾ ਇਹਨਾਂ ਨੇ ਜੀ। ਉਸ ਤੋਂ ਬਾਅਦ ਜੀ ਇੱਕ ਵਿਸ਼ਵਨਾਥ ਮੰਦਿਰ ਹੈ ਜੀ ਜੋ ਬਨਾਰਸ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਜੀ ਕਾਂਗੜਾ ਹੈਗਾ ਜੀ ਉੱਥੇ ਵੀ ਇਹਨਾਂ ਨੇ ਸੋਨੇ ਦੀਆਂ ਪਲੇਟਾਂ ਚੜਾਈਆਂ ਨੇ ਜੀ। ਤੇ ਜੋ ਜਵਾਲਾਮੁਖੀ ਹੈ ਜੀ ਉੱਥੇ ਵੀ ਤੇ ਜੋ ਆਪਣੀ ਜੀ 2 ਤਖਤ ਨੇ ਜੀ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਜੀ ਉੱਥੇ ਵੀ ਇਹਨਾਂ ਨੇ ਉਹਨਾਂ ਦਾ ਵੀ ਇਹਨਾਂ ਨੇ ਨਿਰਮਾਣ ਕਰਵਾਇਆ ਸੀ। ਠੀਕ ਹੈ। ਤਾਂ ਆਪਾਂ ਇਹਨਾਂ ਬਾਰੇ ਗੱਲ ਲਿਖਾਂਗੇ ਜੀ ਕਿ ਹਰਿਮੰਦਰ ਸਾਹਿਬ ਗੁਰਦੁਆਰਾ ਵਿੱਚ ਗੁਰਦੁਆਰੇ ਵਿੱਚ ਸੋਨੇ ਦੀਆਂ ਪਲੇਟਾਂ ਦਾਨ ਕੀਤੀਆਂ ਜੀ ਤੇ ਸੇਮ ਹੀ ਇਹਨਾਂ ਨੇ ਜੀ ਵਿਸ਼ਵਨਾਥ ਮੰਦਿਰ ਦੇ ਵਿੱਚ ਜੀ ਵਿਸ਼ਵਨਾਥ ਮੰਦਿਰ ਦੇ ਵਿੱਚ ਜੀ ਇੱਕ ਜਵਾਲਾਮੁਖੀ ਮੰਦਿਰ ਵਿੱਚ ਜੀ ਤੇ ਇੱਕ ਜੀ ਕਾਂਗੜਾ ਵੀ ਦਾਨ ਦਿੱਤਾ ਜੀ। ਤੇ ਇੱਕ ਇਹਨਾਂ ਨੇ ਜੀ ਪਟਨਾ ਸਾਹਿਬ ਅਤੇ ਸ਼੍ਰੀ ਹਜ਼ੂਰ ਸਾਹਿਬ ਦਾ ਨਿਰਮਾਣ ਕਰਵਾਇਆ ਸੀ।
ਜਿੱਦਾਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਜੀ, ਵਿਸ਼ਵਨਾਥ ਮੰਦਿਰ ਹੋਇਆ ਜੀ, ਜਵਾਲਾਮੁਖੀ ਹੋਇਆ, ਕਾਂਗੜਾ ਹੋਇਆ, ਇਹ ਹਿੰਦੂਆਂ ਦੇ ਨੇ ਜੀ। ਜਾਣੀ ਕਿ ਇਹ ਜੀ ਇੱਕ ਜੀ ਧਰਮ ਨਿਰਪੇਖ ਰਾਜਾ ਸੀਗੇ ਜੀ, ਜਾਣੀ ਕਿ ਕੋਈ ਵੀ ਧਰਮ ਦੇ ਖਿਲਾਫ ਨਹੀਂ ਸੀਗੇ ਜੀ, ਇਹ ਸਾਰਿਆਂ ਨੂੰ ਇੱਕ ਸਮਾਨ ਸਮਝਦੇ ਸੀਗੇ ਜੀ। ਠੀਕ ਹੈ ਜੀ, ਕਿਉਂਕਿ ਨਹੀਂ ਜੇ ਇਕੱਲੇ ਸਿੱਖ ਧਰਮ ਦੇ ਹੀ ਹੁੰਦੇ ਜੀ, ਕੱਟੜ ਹੁੰਦੇ, ਤਾਂ ਇਹ ਕੀ ਕਰਦੇ ਜੀ, ਇਹਨਾਂ ਨੂੰ ਨਹੀਂ ਦਿੰਦੇ ਸੀਗੇ ਦਾਣੇ, ਇਹਨਾਂ ਨੂੰ ਹੀ ਦੇ ਦਿੰਦੇ ਹੋਰ ਜੀ। ਤਾਂ ਇਹਨਾਂ ਨੇ ਜੀ ਹਿੰਦੂ ਤੇ ਸਿੱਖ ਜੀ, ਠੀਕ ਹੈ ਜੀ, ਸਾਰਿਆਂ ਨੂੰ ਇੱਕ ਸਮਾਨ ਸਮਝਿਆ ਸੀਗਾ ਜੀ, ਕੋਈ ਇਹਨਾਂ ਨੇ ਭੇਦਭਾਵ ਨਹੀਂ ਰੱਖਿਆ ਸੀਗਾ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਆਉਂਦੀ ਜੀ ਕਿ ਇਹ ਪਹਿਲੇ ਰਾਜੇ ਸੀਗੇ ਜੀ, ਠੀਕ ਹੈ, ਜਿਨ੍ਹਾਂ ਨੇ ਜੀ ਜੋ ਆਪਦੀ ਸੈਨਾ ਸੀਗੀ ਜੀ, ਉਹ ਯੂਰੋਪੀਅਨ ਢੰਗ ਦੇ ਨਾਲ ਬਣਾਈ ਹੋਈ ਸੀਗੀ। ਜਿਵੇਂ ਯੂਰੋਪੀਅਨ ਦੀ ਸੈਨਾ ਸੀਗੀ ਜੀ, ਇਹਨਾਂ ਨੇ ਉਸ ਤਰੀਕੇ ਨਾਲ ਬਣਾਈ ਹੋਈ ਸੀਗੀ। ਤਾਂ ਮੈਂ ਲਿਖਦਾ ਜੀ 1822 ਦੇ ਵਿੱਚ ਜੀ, ਈਸਵੀ ਵਿੱਚ ਆਪਣੀ ਸੈਨਾ ਨੂੰ ਯੂਰੋਪੀਅਨ ਢੰਗ ਨਾਲ ਬਣਾਇਆ ਜੀ ਇਹਨਾਂ ਨੇ। ਠੀਕ ਹੈ, ਇਹਨਾਂ ਨੇ ਇਹਦੇ ਵਿੱਚ ਜੀ ਕੁਝ ਅੰਗਰੇਜ਼ ਸੀਗੇ ਜੀ, ਠੀਕ ਹੈ, ਯੂਰਪ ਤੋਂ ਬੰਦੇ ਸੀਗੇ, ਜਿਹੜੇ ਕਿ ਇਹਨਾਂ ਨੇ ਆਪਦੀ ਸੈਨਾ ਦੇ ਵਿੱਚ ਸ਼ਾਮਿਲ ਕੀਤੇ ਹੋਏ ਸੀਗੇ। ਇੱਕ ਦਾ ਨਾਂ ਸੀਗਾ ਜੀ ਜੀਨ ਬੈਪਟਾਈਜ਼ ਵੈਂਚੂਰਾ। ਠੀਕ ਹੈ, ਇਸ ਨੂੰ ਜੀ ਇਹਨਾਂ ਨੇ ਸੈਨਾ ਦਾ ਜਨਰਲ ਬਣਾਇਆ ਜੀ। ਠੀਕ ਹੈ, ਇੱਕ ਨਾਮ ਸੀਗਾ ਜੀ ਜੀਨ ਫਰੈਂਕਾਈਜ਼ ਅਲਾਰਡ। ਇਸ ਨੂੰ ਇਹਨਾਂ ਨੇ ਜੀ ਘੋੜਾ ਸਵਾਰ ਦਾ ਮੁਖੀ ਬਣਾਇਆ ਜੀ। ਉਸ ਤੋਂ ਜੀ ਦੋ ਬੰਦੇ ਹੋਰ ਸੀਗੇ ਅੰਗਰੇਜ਼, ਜਿਹਦਾ ਨਾਮ ਸੀਗਾ ਜੀ ਅਗਸਤ ਕੋਟੇ ਤੇ ਇੱਕ ਦਾ ਨਾਮ ਸੀਗਾ ਜੀ ਗਾਰਡਨਰ। ਇਹਨਾਂ ਤੋਪਖਾਨੇ ਦਾ ਇੰਚਾਰਜ ਬਣਾਇਆ ਜੀ। ਠੀਕ ਹੈ, ਆ ਚਾਰ ਬੰਦੇ ਸੀਗੇ ਜੀ। ਉਸ ਤੋਂ ਬਾਅਦ ਜੀ ਕੀ ਸੀਗਾ, ਇਹਨਾਂ ਨੇ ਪੰਡਿਤ ਦੀਨਾਨਾਥ ਨੂੰ ਵਿੱਤ ਮੰਤਰੀ ਬਣਾਇਆ ਸੀਗਾ ਜੀ। ਇੱਕ ਇਹਨਾਂ ਨੇ ਜੀ ਫਕੀਰ ਅਜੀਜ਼ੁਦੀਨ ਨੂੰ ਜੀ ਵਿਦੇਸ਼ ਮੰਤਰੀ ਬਣਾ ਰੱਖਿਆ ਸੀ। ਤੇ ਇੱਕ ਸੀਗੇ ਜੀ ਧਿਆਨ ਸਿੰਘ, ਜੋ ਕਿ ਡੋਗਰਾ ਜਾਤੀ ਨਾਲ ਸੰਬੰਧ ਸੀਗਾ ਜੀ, ਇਹਨੂੰ ਆਪਣਾ ਮੁੱਖ ਮੰਤਰੀ ਬਣਾ ਰੱਖਿਆ ਸੀਗਾ। ਤਾਂ ਇਹ ਬੰਦੇ ਇਹਨਾਂ ਦੇ ਹੇਠਾਂ ਕੰਮ ਕਰਦੇ ਸੀ। ਠੀਕ ਹੈ ਜੀ, ਯੂਰੋਪੀਅਨ ਢੰਗ ਦੇ ਨਾਲ ਇਸ ਤਰੀਕੇ ਨਾਲ ਇਹਨਾਂ ਨੇ ਆਪਦੀ ਸੈਨਾ ਨੂੰ ਬਣਾਇਆ ਹੋਇਆ ਸੀਗਾ। ਠੀਕ ਹੈ, ਉਸ ਤੋਂ ਬਾਅਦ ਜੀ ਮਹਾਰਾਜਾ ਰਣਜੀਤ ਸਿੰਘ ਦਾ ਹੀ ਵਧੀਆ ਕਾਰਜ ਚੱਲੀ ਜਾਂਦਾ ਸੀਗਾ। ਠੀਕ ਹੈ ਜੀ, ਇਹਨਾਂ ਦੇ ਰਹਿੰਦੇ ਤਾਂ ਕੋਈ ਵੀ ਮੁਸੀਬਤ ਨਹੀਂ ਆਈ ਜੀ, ਜੋ ਵੀ ਇਹਨਾਂ ਨੇ ਐਡਾ ਵੱਡਾ ਰਾਜ ਪਾਠ ਖੜਾ ਕੀਤਾ ਸੀਗਾ ਜੀ। ਇਹਨਾਂ ਦੀ ਡੈਥ ਤੋਂ ਬਾਅਦ ਜੀ ਸਾਰਾ ਦਾ ਸਾਰਾ 10 ਸਾਲਾਂ ਦੇ ਅੰਦਰ ਅੰਦਰ ਹੀ ਮਿਟ ਗਿਆ ਸੀਗਾ ਜੀ। ਇਹਨਾਂ ਦੀ ਡੈਥ ਫਿਰ ਕਦੋਂ ਹੋਈ ਜੀ? ਇਹਨਾਂ ਦੀ ਡੈਥ ਹੋਈ ਜੀ 1839 ਈਸਵੀ ਵਿੱਚ ਇਹਨਾਂ ਦੀ ਡੈਥ ਹੋ ਗਈ।
ਇਹਨਾਂ ਦੀ ਡੈਥ ਹੋ ਗਈ। ਠੀਕ ਹੈ, ਇਹਨਾਂ ਦੀ ਡੈਥ ਕਿਉਂ ਹੋਈ, ਡੈਥ ਕਿਵੇਂ ਹੋਈ ਸੀਗੀ ਜੀ, ਤਾਂ ਅਧਰੰਗ ਕਾਰਨ ਜੀ। ਠੀਕ ਹੈ, ਪੈਰਾਲਾਈਸਿਸ ਬੋਲਦੇ ਇਹਨੂੰ ਕੋਈ, ਪੈਰਾਲਾਈਸਿਸ ਕਾਰਨ ਇਹਨਾਂ ਦੀ ਡੈਥ ਹੋਈ ਸੀਗੀ। ਠੀਕ ਹੈ, ਤਾਂ ਇਹਨਾਂ ਤੋਂ ਬਾਅਦ ਜੋ ਗੱਦੀ ਤੇ ਬੈਠਾ ਸੀਗਾ ਜੀ, ਉਹਦਾ ਨਾਮ ਸੀਗਾ ਜੀ ਉਹਨਾਂ ਦਾ ਨਾਮ ਸੀਗਾ ਖੜਕ ਸਿੰਘ। ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਆਪਾਂ ਇੰਨਾ ਹੀ ਪੜ੍ਹਨਾ ਜੀ। ਇੱਕ ਵਾਰੀ ਆਪਾਂ ਨੂੰ ਰਿਵਾਈਜ਼ ਕਰਦੇ ਹਾਂ ਜੀ। 1780 ਦੇ ਵਿੱਚ ਜੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਜੀ। ਇਹਨਾਂ ਦੇ ਪਿਤਾ ਦਾ ਨਾਮ ਸੀਗਾ ਜੀ ਮਹਾ ਸਿੰਘ, ਇਹਨਾਂ ਦੀ ਮਾਤਾ ਦਾ ਨਾਮ ਸੀਗਾ ਜੀ ਰਾਜ ਕੌਰ। ਇਹਨਾਂ ਦੀ ਮਾਤਾ ਦੇ ਬਾਰੇ ਇੱਕ ਗੱਲ ਸੱਚ ਯਾਦ ਰੱਖਿਓ ਜੀ, ਲਿਖ ਲਓ ਜੀ ਤੁਸੀਂ। ਜੋ ਰਾਜ ਕੌਰ ਸੀ ਜੀ, ਇਹ ਜੀ ਗਜਪਤ ਸਿੰਘ ਦੀ ਪੁੱਤਰੀ ਸੀ ਜੀ, ਜੋ ਕਿ ਜੀਂਦ ਤੋਂ ਸੀਗੀ ਜੀ। ਠੀਕ ਹੈ, ਤਾਂ ਇਹਨਾਂ ਦੀ ਮਾਤਾ ਦਾ ਨਾਮ ਸੀਗਾ ਜੀ ਰਾਜ ਕੌਰ। ਜਦੋਂ ਸ਼ੁਕਰਚਕੀਆ ਮਿਸਲ ਨਾਲ ਸ਼ੁਕਰਚਕੀਆ ਮਿਸਲ ਨਾਲ ਜੀ ਇਹ ਸੰਬੰਧ ਰੱਖਦੇ ਸੀਗੇ। ਜੋ ਸ਼ੁਕਰਚਕੀਆ ਮਿਸਲ ਦੇ ਫਾਊਂਡਰ ਸੀਗੇ ਜੀ ਬੁੱਧ ਸਿੰਘ। ਠੀਕ ਹੈ ਜੀ, ਬੁੱਧ ਸਿੰਘ ਤੋਂ ਬਾਅਦ ਜੀ ਉਹਨਾਂ ਦੇ ਬੇਟੇ ਨੌਦ ਸਿੰਘ ਬਣੇ ਜੀ। ਨੌਦ ਸਿੰਘ ਤੋਂ ਬਾਅਦ ਜੀ ਚੜ੍ਹਤ ਸਿੰਘ, ਜੋ ਕਿ ਇਹਨਾਂ ਦੇ ਦਾਦਾ ਸੀਗੇ ਜੀ। ਉਸ ਤੋਂ ਬਾਅਦ ਜੀ ਮਹਾ ਸਿੰਘ ਬਣੇ ਰਾਜਾ। ਉਸ ਤੋਂ ਬਾਅਦ ਆਏ ਮਹਾਰਾਜਾ ਰਣਜੀਤ ਸਿੰਘ ਜੀ। ਮਹਾ ਸਿੰਘ ਜੀ ਦੀ ਡੈਥ ਹੋਈ ਸੀਗੀ ਜੀ 1792 ਦੇ ਵਿੱਚ। ਜਦੋਂ 1792 ਦੇ ਵਿੱਚ ਜੀ ਉਹਨਾਂ ਦੀ ਮ੍ਰਿਤੂ ਹੋਈ, ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਗੱਦੀ ਤੇ ਬਿਠਾ ਦਿੱਤਾ ਗਿਆ ਜੀ। ਇਹਨਾਂ ਦੀ ਉਮਰ ਬਹੁਤ ਹੀ ਜ਼ਿਆਦਾ ਛੋਟੀ ਸੀਗੀ। ਉਸ ਤੋਂ ਬਾਅਦ 96 ਦੇ ਵਿੱਚ ਜੀ 1796 ਦੇ ਵਿੱਚ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਜੀ ਗੁਰਬਖਸ਼ ਅਤੇ ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ ਦੇ ਨਾਲ ਜੀ। ਮਹਿਤਾਬ ਜੋ ਸਦਾ ਕੌਰ ਸੀ ਜੀ ਇਹਨਾਂ ਦੀ ਸੱਸ ਸੀਗੀ, ਉਹਨਾਂ ਨੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਜੀ। ਉਹਨਾਂ ਨੇ ਇਹਨਾਂ ਨੂੰ ਪ੍ਰੇਰਿਤ ਕੀਤਾ ਜੀ। ਉਹਨਾਂ ਨੇ ਜੀ ਸਾਰੇ ਦੇ ਸਾਰੇ ਸੰਗਠਨਾਂ ਨੂੰ ਇੱਕ ਕਰਨ ਦੇ ਵਿੱਚ ਹੈਲਪ ਕੀਤੀ ਜੀ। ਜੋ ਕਿ 12 ਮਿਸਲਾਂ ਸੀਗੀਆਂ ਜੀ, ਅਲੱਗ-ਅਲੱਗ ਆਪਣਾ ਆਪਣਾ ਕੰਮ ਕਰੀ ਜਾਂਦੀਆਂ ਸੀਗੀਆਂ ਜੀ। ਠੀਕ ਹੈ ਜੀ, ਉਹਨਾਂ ਨੂੰ ਇੱਕ ਜੋ ਕੀਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਹੀ ਕੀਤਾ ਸੀਗਾ ਜੀ। ਠੀਕ ਹੈ, ਇਹਨਾਂ ਨੇ ਲੜਾਈਆਂ ਲੜੀਆਂ। 1799 ਦੇ ਵਿੱਚ ਹੀ ਲਾਹੌਰ ਨੂੰ ਇਹਨਾਂ ਨੇ ਆਪਦੀ ਰਾਜਧਾਨੀ ਬਣਾ ਲਿਆ ਸੀਗਾ ਜੀ। 1801 ਈਸਵੀ ਦੇ ਵਿੱਚ ਜੀ ਇਹਨਾਂ ਨੇ ਖੁਦ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕਰ ਦਿੱਤਾ ਸੀਗਾ ਜੀ। 1809 ਦੇ ਵਿੱਚ ਜੀ ਟ੍ਰੀਟੀ ਆਫ ਫਰੈਂਡਸ਼ਿਪ ਹੋਈ ਹੈ ਜੀ। ਠੀਕ ਹੈ ਜੀ, ਜਿਹਨੂੰ ਕਿ ਅੰਮ੍ਰਿਤਸਰ ਦੀ ਸੰਧੀ ਹੋਈ ਹੈ ਜੀ। ਚਾਰਲਸ ਮੈਟਕੈਫੇ ਆਇਆ ਸੀਗਾ ਮਿੰਟੋ ਦੇ ਬਿਹਾਫ ਦੇ ਉੱਤੇ ਜੀ। ਠੀਕ ਹੈ, ਤਾਂ ਉਹਨਾਂ ਨਾਲ ਸੰਧੀ ਹੋਈ ਸੀਗੀ ਕਿ ਤੁਸੀਂ ਸਤਲੁਜ ਨਦੀ ਤੋਂ ਉਧਰਲੇ ਪਾਸੇ ਨੂੰ ਕੋਈ ਵੀ ਹਿੱਸੇ ਦੇ ਉੱਤੇ ਕਬਜ਼ਾ ਨਹੀਂ ਲਓਗੇ, ਨਾ ਉਧਰਲੇ ਪਾਸੇ ਹਮਲਾ ਕਰੋਗੇ, ਉਹ ਉਧਰਲਾ ਏਰੀਆ ਸਾਡਾ ਹੈਗਾ ਜੀ। ਜਿਨ੍ਹਾਂ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਬੰਨ੍ਹਤੇ ਸੀਗੇ ਕਿ ਉਧਰਲੇ ਪਾਸੇ ਨਹੀਂ ਜਾ ਸਕਦੇ ਸੀ। ਠੀਕ ਹੈ ਜੀ, ਇਸੇ ਤਰ੍ਹਾਂ ਹੀ ਜੀ ਦੱਖਣ ਦੇ ਵਿੱਚ ਵੀ ਇਹੀ ਕੰਮ ਸੀਗਾ ਜੀ। ਠੀਕ ਹੈ ਜੀ, ਤੇ ਜੋ ਪੂਰਬ ਜਾਂ ਆਪਣੇ ਪੱਛਮ ਦੇ ਵੱਲ ਵੀ ਇਹੀ ਕੰਮ ਸੀਗਾ। ਠੀਕ ਹੈ, ਤਾਂ ਕੀ ਹੋਇਆ ਜੀ ਉਸ ਤੋਂ ਬਾਅਦ ਜੋ ਮਹਾਰਾਜਾ ਰਣਜੀਤ ਸਿੰਘ ਜੀ ਸੀ ਜੀ ਆਪਣੀ, ਇਹ ਜੀ ਦਾਨੀ ਵੀ ਸੀਗੇ। ਹਰਿਮੰਦਰ ਸਾਹਿਬ ਗੁਰਦੁਆਰੇ ਤੇ ਜੋ ਸੋਨੇ ਦੀਆਂ ਪਲੇਟਾਂ ਲੱਗੀਆਂ ਨੇ ਜੀ, ਉਹ ਇਹਨਾਂ ਦੀ ਹੀ ਸੇਵਾ ਕੀਤੀ ਹੋਈ ਹੈ ਜੀ ਉੱਥੇ। ਵਿਸ਼ਵਨਾਥ ਮੰਦਿਰ ਦੇ ਉੱਤੇ ਜੀ। ਠੀਕ ਹੈ ਜੀ, ਉਹ ਤਾਂ ਜਵਾਲਾਮੁਖੀ ਮੰਦਿਰ ਹੈ ਜੀ ਜੋ ਕਾਂਗੜਾ ਵਿਖੇ ਹੈ ਜੀ, ਉੱਥੇ ਵੀ ਇਹਨਾਂ ਨੇ ਹੀ ਦਾਨ ਦਿੱਤਾ ਹੋਇਆ ਜੀ। ਹਜ਼ੂਰ ਸਾਹਿਬ ਤੇ ਆਪਣੇ ਪਟਨਾ ਸਾਹਿਬ ਵਿਖੇ ਵੀ ਮੁਰੰਮਤ ਇਹਨਾਂ ਨੇ ਕਰਵਾਈ ਹੈ ਜੀ। ਇਹਨਾਂ ਨੇ ਉਹਨਾਂ ਦਾ ਨਿਰਮਾਣ ਕਰਵਾਇਆ ਜੀ। 1822 ਈਸਵੀ ਦੇ ਵਿੱਚ ਇਹਨਾਂ ਨੇ ਆਪਣੀ ਸੈਨਾ ਨੂੰ ਯੂਰੋਪੀਅਨ ਢੰਗ ਨਾਲ ਵਿਵਸਥਿਤ ਕਰ ਲਿਆ ਸੀਗਾ ਜੀ, ਬਣਾ ਲਿਆ ਸੀਗਾ। ਠੀਕ ਹੈ ਜੀ, ਜੋ ਜੀ ਬੈਪਟਾਈਜ਼ ਵੈਂਚੂਰਾ ਸੀਗਾ ਜੀ, ਇਹਨੂੰ ਸੈਨਾ ਦਾ ਜਨਰਲ ਬਣਾ ਲਿਆ ਸੀਗਾ ਜੀ। ਇਹਨੇ ਸੈਨਾ ਦਾ ਨਾਮ ਰੱਖਤਾ ਸੀਗਾ ਜੀ ਫੌਜ ਏ ਖਾਸ। ਠੀਕ ਹੈ ਜੀ, ਇਹ ਨਾਮ ਦਿੱਤਾ ਸੀਗਾ ਆਪਣੀ ਫੌਜ ਨੂੰ। ਠੀਕ ਹੈ, ਤੇ ਜੋ ਅਗਲਾ ਸੀਗਾ ਜੀ ਅਲਾਰਡ ਨੂੰ ਇਹਨਾਂ ਨੇ ਘੋੜੇ ਸਵਾਰ ਦਾ ਮੁਖੀ ਬਣਾਤਾ ਸੀਗਾ। ਤੇ ਅਗਸਤ ਕੋਟੇ ਦੇ ਜੋ ਗਾਰਡਨਰ ਸੀਗੇ ਜੀ, ਇਹਨਾਂ ਨੂੰ ਤੋਪਖਾਨੇ ਦਾ ਇੰਚਾਰਜ ਬਣਾ ਦਿੱਤਾ ਸੀਗਾ। ਜੋ ਪੰਡਿਤ ਦੀਨਾਨਾਥ ਜੀ ਸੀਗੇ, ਉਹਨਾਂ ਨੂੰ ਵਿੱਤ ਮੰਤਰੀ ਬਣਾ ਦਿੱਤਾ ਸੀਗਾ। ਤੇ ਫਕੀਰ ਅਜੀਜ਼ੁਦੀਨ ਨੂੰ ਜੀ ਵਿਦੇਸ਼ ਮੰਤਰੀ ਬਣਾਤਾ ਸੀਗਾ ਜੀ। ਇਹ ਸੰਤਰੀ ਕਾਹਤੋਂ ਲਿਖਿਆ ਗਿਆ, ਵਿਦੇਸ਼ ਮੰਤਰੀ। ਠੀਕ, ਧਿਆਨ ਸਿੰਘ ਡੋਗਰਾ ਨੂੰ ਜੀ ਮੁੱਖ ਮੰਤਰੀ ਬਣਾਇਆ ਗਿਆ ਸੀਗਾ। 1839 ਈਸਵੀ ਦੇ ਵਿੱਚ ਜੀ ਇਹਨਾਂ ਦੀ ਡੈਥ ਹੋ ਗਈ ਸੀਗੀ ਅਧਰੰਗ ਹੋਣ ਦੇ ਕਾਰਨ। ਠੀਕ ਹੈ ਜੀ, ਤੇ ਇਹਨਾਂ ਨੇ ਆਪਣਾ ਉੱਤਰਾਧਿਕਾਰੀ ਚੁਣਿਆ ਸੀਗਾ ਜੀ ਖੜਕ ਸਿੰਘ ਨੂੰ ਜੀ। ਠੀਕ ਹੈ,
ਅੱਜ ਲਈ ਇੰਨਾ ਬਹੁਤ ਹੈ ਜੀ। ਆਪਾਂ ਜੋ ਵੀ ਕੱਲ ਨੂੰ ਆਪਾਂ ਪੜਾਂਗੇ ਜੀ ਰਣਜੀਤ ਸਿੰਘ ਜੀ ਦੇ ਜੋ ਵਾਰਿਸ ਹੋਏ ਨੇ ਜੀ, ਤੇ ਇੱਕ ਆਪਣੇ ਜੀ ਜੋ ਐਂਗਲੋ ਸਿੱਖ ਯੁੱਧ ਹੋਏ ਨੇ ਜੀ ਦੋ, ਠੀਕ ਹੈ ਜੀ, ਪਹਿਲੀ ਲੜਾਈ ਤੇ ਦੂਜੀ ਲੜਾਈ, ਆਪਾਂ ਉਹਨਾਂ ਨੂੰ ਪੜਾਂਗੇ ਜੀ। ਠੀਕ ਹੈ ਜੀ। ਜੇ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰਿਓ ਜੀ, ਸ਼ੇਅਰ ਕਰਿਓ, ਕਮੈਂਟ ਕਰਿਓ, ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।